PV8 ਲਾਈਵ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਲੋਕਾਂ ਦੀ ਆਵਾਜ਼ ਲੋਕਾਂ ਤੱਕ ਲੈ ਕੇ ਆਉਂਦੇ ਹਾਂ। ਸੋ ਨਵੀਂ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਸੋ ਅੱਜ ਤੁਹਾਡੇ ਨਾਲ ਅਸੀਂ ਇੱਕ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ। ਜੋ ਲੋਕ ਜਲੰਧਰ ਸ਼ਹਿਰ ਵਿੱਚ ਰਹਿੰਦੇ ਨੇ ਜਾਂ ਜੋ ਲੋਕ ਜਲੰਧਰ ਜ਼ਿਲ੍ਹੇ ਦੇ ਵਿੱਚ ਵੱਸਦੇ ਨੇ, ਉਹਨਾਂ ਨੂੰ ਜਲੰਧਰ ਸ਼ਹਿਰ ਦਾ ਨਾਮ ਜਲੰਧਰ ਕਿਵੇਂ ਪਿਆ ਉਹਦਾ ਬਾਰੇ ਦੱਸਾਂਗੇ ਕਿ ਜਲੰਧਰ ਦਾ ਜਿਹੜਾ ਨਾਮ ਹੈਗਾ ਇਹ ਜਲੰਧਰ ਕਿਵੇਂ ਪਿਆ, ਇਹਦੇ ਵਿੱਚ ਕੀ ਇਤਿਹਾਸ ਹੈਗਾ ਆ। ਸੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਬੜੀ ਰੋਮਾਂਚਕ ਹੋਣ ਵਾਲੀ ਹੈ, ਇਸ ਨੂੰ ਸਕਿਪ ਨਾ ਕਰਨਾ, ਲਗਾਤਾਰ ਬਣੇ ਰਹਿਣਾ, ਕਿਉਂਕਿ ਅੱਜ ਸਾਡੇ ਨਾਲ ਨੇ ਜਲੰਧਰ ਨਾਥ ਜੀ। ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਕੋਲ ਜਾਣਾਂਗੇ ਕਿ ਜਿਹੜਾ ਜਲੰਧਰ ਦਾ ਨਾਮ ਹੈ ਉਹ ਜਲੰਧਰ ਕਿਵੇਂ ਪਿਆ। ਜੀ ਜਲੰਧਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਜਲੰਧਰ ਨਾਥ ਜੀ, ਸਭ ਤੋਂ ਪਹਿਲਾਂ ਤਾਂ ਕੁਐਸਚਨ ਇਹ ਹੈਗਾ ਕਿ ਤੁਸੀਂ ਆਪਣਾ ਨਾਮ ਜਲੰਧਰ ਨਾਥ ਰੱਖਿਆ, ਇਸ ਨਾਮ ਦੇ ਪਿੱਛੇ ਕੀ ਆਪਣੇ ਮਾਈਂਡ ਦੇ ਵਿੱਚ ਆਇਆ ਕਿ ਆਪਣਾ ਜਿਹੜਾ ਨਾਮ ਹੈਗਾ ਆ ਉਹ ਜਲੰਧਰ ਨਾਥ ਹੀ ਰੱਖਣਾ ਹੈ, ਕਿਉਂਕਿ ਬਹੁਤ ਸਾਰੇ ਨਾਮ ਹੈਗੇ ਨੇ, ਉਹਨਾਂ ਵਿੱਚੋਂ ਇਹੀ ਨਾਮ ਕਿਉਂ ਰੱਖਿਆ? ਇਹ ਬਿਲਕੁਲ ਵਿਚਾਰਨ ਵਾਲੀ ਗੱਲ ਹੈ ਜੀ। ਜਦੋਂ ਅਸੀਂ ਕਿਸੇ ਦਾ ਨਾਮ ਲੈਂਦੇ ਆ ਤੇ ਜ਼ਰੂਰ ਉਹਦਾ ਕੋਈ ਨਾ ਕੋਈ ਜਿਹੜਾ ਹੈ ਉਹ ਮਤਲਬ ਹੁੰਦਾ ਹੈ। ਕੋਈ ਵੀ ਨਾਮ ਹੋਵੇ ਉਹਦਾ ਕੋਈ ਨਾ ਕੋਈ ਮਤਲਬ ਹੈ। ਇਸੇ ਤਰੀਕੇ ਨਾਲ ਤੁਹਾਡਾ ਪੁੱਛਣਾ ਬਿਲਕੁਲ ਵਾਜਿਬ ਹੈ। ਹੋਰ ਵੀ ਮੈਨੂੰ ਜੋ ਕੋਈ ਲੋਕ ਮਿਲਦੇ ਨੇ ਤੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਦਾ ਨਾਮ ਜਲੰਧਰ ਨਾਥ ਹੈ ਤੇ ਫਿਰ ਉਹ ਪੁੱਛਣਾ ਵੀ ਚਾਹੁੰਦੇ ਹੈ ਕਿ ਜਲੰਧਰ ਨਾਥ ਦਾ ਕੀ ਮਤਲਬ ਹੈ। ਅਸੀਂ ਜਲੰਧਰ ਸ਼ਹਿਰ ਦੇ ਵਿੱਚ ਰਹਿ ਰਹੇ ਹਾਂ ਤੇ ਇਹ ਸ਼ਹਿਰ ਜਿਹੜਾ ਹੈ ਇਹ ਬਹੁਤ ਪੁਰਾਤਨ ਸ਼ਹਿਰ ਹੈ। ਇਸ ਸ਼ਹਿਰ ਦਾ ਜੋ ਇਤਿਹਾਸ ਹੈ, ਹਿਸਟਰੀ ਹੈ, ਜੇ ਆਪਾਂ ਪਿੱਛੇ ਨੂੰ ਜਾਈਏ ਤੇ ਮੇਰੇ ਖਿਆਲ ਦੇ ਨਾਲ ਹਜ਼ਾਰਾਂ ਸਾਲ ਕਹਿ ਸਕਦੇ ਅਸੀਂ, ਕਿਉਂਕਿ ਪੁਰਾਣਾ ਦੇ ਵਿੱਚ ਜਲੰਧਰ ਸ਼ਹਿਰ ਦਾ ਜਿਹੜਾ ਨਾਮ ਹੈ ਉਹ ਆਉਂਦਾ ਹੈ ਹੜੱਪਾ ਔਰ ਮੋਹਨਜੋਦੜੋ ਦੀ ਜੋ ਸਿਵਲਾਈਜੇਸ਼ਨ ਹੈਗੀ ਆ। ਆਰਚੀਓਲੋਜਿਸਟ ਲੋਕ ਹੈਗੇ ਆ ਜਿਹੜੇ ਖੋਜ ਕਰਦੇ ਹੈਗੇ ਆ, ਮਿੱਟੀ ਪੁੱਟ ਕੇ ਤੇ ਉਹ ਥੱਲਿਓਂ ਅਵਸ਼ੇਸ਼ ਕੱਢਦੇ ਹੈਗੇ ਆ। ਉਹਦੇ ਵਿੱਚ ਵੀ ਬਹੁਤ ਸਾਰੇ ਐਸੇ ਸਬੂਤ ਮਿਲੇ ਹੈਗੇ ਆ ਕਿ ਜਿੱਥੋਂ ਪਤਾ ਲੱਗਦਾ ਹੈਗਾ ਵਾ ਕਿ ਜੋ ਜਲੰਧਰ ਸ਼ਹਿਰ ਵਾ ਇਹ ਬੜਾ ਪੁਰਾਣਾ ਸ਼ਹਿਰ ਆ। ਇੱਦਾਂ ਗ੍ਰੰਥਾਂ ਦੇ ਵਿੱਚ ਸੁਣਨ ਨੂੰ ਮਿਲਦਾ ਹੈਗਾ ਵਾ ਔਰ ਇਹ ਬਿਲਕੁਲ ਸੱਤਿਆ ਹੈ ਕਿ ਜਲੰਧਰ ਨਾਥ ਜਿਹੜੇ ਆ ਉਹ ਕਿਸੇ ਸਮੇਂ ਦੇ ਵਿੱਚ ਇਸ ਜਲੰਧਰ ਸ਼ਹਿਰ 'ਤੇ ਰਾਜ ਕਰਨ ਵਾਲੇ ਇੱਕ ਦੈਤਿਆ ਰਾਜਾ ਸੀਗੇ ਔਰ ਉਹ ਦੈਤਿਆ ਰਾਜਾ ਦੰਤ ਕਥਾਵਾਂ ਦੇ ਅਨੁਸਾਰ ਤਾਂ ਸ਼ਿਵ ਦੇ ਮਸਤਕ 'ਚੋਂ ਪ੍ਰਗਟ ਹੋਈ ਜੋ ਤੀਸਰੇ ਨੇਤਰ ਦੀ ਜਵਾਲਾ ਹੈ ਉਹ ਸਮੁੰਦਰ ਦੇ ਵਿੱਚ ਜਿਸ ਵੇਲੇ ਗਿਰਦੀ ਹੈ ਤੇ 18 ਪੁਰਾਣਾਂ ਦੇ ਸਾਰਾ ਨਿਸ਼ਕਰਸ਼ ਕੱਢਿਆ ਜਾਵੇ ਤਾਂ ਥੋੜਾ ਸਟੋਰੀ ਜਿਹੜੀ ਹੈ ਉਹਨੂੰ ਪੜ੍ਹਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਮੁੰਦਰ ਦੇ ਵਿੱਚੋਂ ਯਾਨੀ ਕਿ ਜਲ ਦੇ ਅੰਦਰੋਂ ਉਸ ਸ਼ਿਵ ਦੀ ਸ਼ਕਤੀ ਜਿਹੜੀ ਹੈ ਜੋ ਪ੍ਰਗਟ ਹੋਈ, ਉਸ ਨੂੰ ਜਲੰਧਰ ਨਾਮ ਦਿੱਤਾ ਗਿਆ ਕਿਉਂਕਿ ਉਹ ਸ਼ਕਤੀ ਜਲ ਦੇ ਵਿੱਚੋਂ ਪੈਦਾ ਹੋਈ ਸੀ ਤੇ ਉਹ ਬਿਲਕੁਲ ਸ਼ਿਵ ਦੀ ਤਰ੍ਹਾਂ ਹੀ ਲੱਗਦੇ ਸੀਗੇ। ਉਹਨਾਂ ਦਾ ਹਾਵ ਭਾਵ ਵੀ ਸ਼ਿਵ ਦੀ ਤਰ੍ਹਾਂ ਹੀ ਲੱਗਦਾ ਸੀਗਾ ਔਰ ਸ਼ਿਵ ਆਦਿਨਾਥ ਆ। ਜਲੰਧਰ ਨਾਥ ਦਾ ਨਾਮ ਨਾਥ ਨਹੀਂ ਸੀਗਾ ਪਹਿਲਾਂ। ਉਹਨਾਂ ਨੇ ਬਾਲ ਅਵਸਥਾ ਤੋਂ ਹੀ ਬੜਾ ਤਪ ਕੀਤਾ, ਧਿਆਨ ਕੀਤਾ ਔਰ ਇੰਨੇ ਸਟਰੋਂਗ ਹੋ ਗਏ, ਸਾਰੀਆਂ ਵਿਦਿਆਵਾਂ ਦੇ ਵਿੱਚ ਪਾਰੰਗਤ ਹੋ ਗਏ। ਸਿੱਧੀਆਂ, ਰਿੱਧੀਆਂ, ਨਿਧੀਆਂ ਔਰ ਵੀ ਜੋ ਸਾਡੇ ਸਰੀਰ ਦੀ ਪ੍ਰਕਿਰਿਆ ਹੈ, ਜੋ ਸਾਧਨਾ ਕਰਨ ਦੇ ਨਾਲ ਸਾਨੂੰ ਪ੍ਰਾਪਤ ਹੁੰਦਾ ਹੈ। ਪੁਰਾਤਨ ਸਾਲਾਂ ਤੋਂ ਹੀ ਜੋ ਰਿਸ਼ੀਆਂ ਮੁਨੀਆਂ ਦਾ ਇੱਕ ਵਿਧਾਨ ਹੈ ਕਿ ਉਹਨਾਂ ਨੇ ਦੱਸਿਆ ਹੈ ਕਿ ਸਾਡੇ ਸਰੀਰ ਦੇ ਵਿੱਚ ਕੁਝ ਐਸੀਆਂ ਸ਼ਕਤੀਆਂ ਹਨ ਕਿ ਜਿਹਨੂੰ ਪ੍ਰਾਪਤ ਕਰਕੇ ਅਸੀਂ ਸੰਸਾਰ ਦੇ ਵਿੱਚ ਦੁਰਲਭ ਚੀਜ਼ਾਂ ਦੀ ਵੀ ਪ੍ਰਾਪਤੀ ਕਰ ਸਕਦੇ ਹਾਂ। ਅਤੇ ਲੋਕ ਇਸੇ ਤਰੀਕੇ ਨਾਲ ਤਪ ਕਰਦੇ ਸਨ ਅਤੇ ਜਲੰਧਰ ਜੋ ਰਾਜਾ ਸਨ ਉਹਨਾਂ ਨੇ ਵੀ ਬੜਾ ਤਪ ਕੀਤਾ ਔਰ ਬਹੁਤ ਸਮਾਂ ਤਾਂ ਉਹਨਾਂ ਨੇ ਜਲ ਦੇ ਅੰਦਰ ਰਹਿ ਕੇ ਹੀ ਤਪ ਕੀਤਾ। ਅਤੇ ਉਹ ਤਪ ਕਰਨ ਤੋਂ ਬਾਅਦ ਜਦੋਂ ਉਹ ਸੰਸਾਰ ਦੇ ਵਿੱਚ ਵਿਚਰੇ ਅਤੇ ਉਹਨਾਂ ਨੇ ਬੜੇ ਹੀ ਲੋਕਾਂ ਨੂੰ ਆਪਣੀ ਸ਼ਕਤੀ ਦੇ ਨਾਲ, ਆਪਣੇ ਤਰਕ ਦੇ ਨਾਲ, ਆਪਣੇ ਵਿਚਾਰਾਂ ਦੇ ਨਾਲ ਹਰਾਇਆ। ਅੱਗੇ ਵੱਧਦੇ ਗਏ ਤਾਂ ਉਹਨਾਂ ਨੇ ਇੱਕ ਧਰਤੀ 'ਤੇ ਜਦੋਂ ਅੱਜ ਜਿਹਨੂੰ ਅਸੀਂ ਜਲੰਧਰ ਸ਼ਹਿਰ ਕਹਿੰਦੇ ਹਾਂ ਉਹ ਇੱਥੇ ਆ ਕੇ ਵਸੇ ਅਤੇ ਇੱਥੇ ਜਦੋਂ ਆਏ ਅਤੇ ਇਸ ਸ਼ਹਿਰ ਦਾ ਨਾਮ ਜਿਹੜਾ ਹੈ ਉਹ ਜਲੰਧਰ ਰਾਜੇ ਦੇ ਨਾਂ ਤੋਂ ਮਸ਼ਹੂਰ ਹੋ ਗਿਆ ਕਿ ਇਹ ਜਲੰਧਰ ਦਾ ਜਿਹੜਾ ਹੈ ਉਹ ਸ਼ਹਿਰ ਹੈ।
ਜਲੰਧਰ ਨਾਥ ਜੀ, ਜੇਕਰ ਆਪਾਂ ਗੱਲ ਕਰੀਏ, ਤੁਸੀਂ ਗੱਲ ਕਰ ਰਿਹਾ ਜਲੰਧਰ ਨਾਥ ਜੀ ਦੀ। ਜਲੰਧਰ ਨਾਥ ਜੀ ਆਪਾਂ ਕਿਵੇਂ ਕਹਿ ਸਕਦੇ ਹੈਗੇ ਕਿ ਮਤਲਬ ਕਿ ਉਹ ਇਹੀ ਸ਼ਹਿਰ ਸੀਗਾ ਕਿ ਕੁਛ ਕੋਈ ਜਿੱਦਾਂ ਕਹਿ ਕੇ ਸਿੰਪਟਮਸ ਹੁੰਦੇ ਆ ਕੁਛ, ਜਾਂ ਕਹਿ ਲਓ ਕਿ ਜਿੱਥੇ ਉਹ ਰਿਹਾਇਸ਼ ਕੀਤੀ ਹੈਗੀ ਉਹਨਾਂ ਨੇ, ਜਾਂ ਜਿੱਥੇ ਉਹ ਰਹਿ ਰਹੇ ਸੀਗੇ, ਕਿ ਇੱਥੇ ਹੈ ਜਲੰਧਰ ਦੇ ਵਿੱਚ ਉਹ ਅੱਜ ਤੱਕ ਵੀ ਸਥਾਨ, ਜਾਂ ਉਹ ਨਸ਼ਟ ਕਰਤੇ ਗਏ ਨੇ? ਅੱਛਾ, ਇਸ ਤਰ੍ਹਾਂ ਹੈ ਕਿ ਆਪਾਂ ਜਦੋਂ ਗੂਗਲ ਤੋਂ ਕਈ ਵਾਰੀ ਨਾ ਜਾਣਕਾਰੀਆਂ ਪ੍ਰਾਪਤ ਕਰਦੇ ਹਾਂ, ਜੀ ਤੁਸੀਂ ਜਦੋਂ ਮਰਜ਼ੀ ਨੈਟ ਤੋਂ ਗੂਗਲ ਤੋਂ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਕਿ ਰਾਮਾਇਣਿਕ ਪੀਰੀਅਡ ਤੋਂ ਜੋ ਲਵ ਸੀਗੇ, ਜੋ ਰਾਜਾ ਸੀਗੇ, ਤਾਂ ਇੱਦਾਂ ਜਾਣਕਾਰੀ ਹੈ, ਗੂਗਲ 'ਤੇ ਵੀ ਜਾਣਕਾਰੀ ਹੈ, ਤੁਸੀਂ ਦੇਖ ਸਕਦੇ ਹੋ, ਕੋਈ ਇੱਦਾਂ ਦੀ ਗੱਲ ਨਹੀਂ ਹੈ ਕਿ ਲਵ ਦੇ ਰਾਜ ਦੇ ਵਿੱਚ ਵੀ ਜਿਹੜੀ ਰਾਜਧਾਨੀ ਹੈ ਉਹ ਜਲੰਧਰ ਦੀ, ਜਿਹੜਾ ਜਲੰਧਰ ਹੈ ਸ਼ਹਿਰ ਜਿਹੜਾ ਸਾਡਾ ਹੈ, ਉਹ ਰਾਜਧਾਨੀ ਵੀ ਰਿਹਾ ਹੈ ਉਸ ਲਵ ਦੇ ਰਾਜੇ। ਲਵ ਜਿਹੜੇ ਆ ਉਹ ਰਾਮ ਜੀ ਦੇ ਪੁੱਤਰ ਵਾ। ਅਤੇ ਉਸ ਤੋਂ ਬਾਅਦ ਜੇ ਆਪਾਂ ਕਹੀਏ ਸਿੰਪਟਮਸ ਵੀ ਕਿੱਦਾਂ ਪਤਾ ਲੱਗਦਾ ਹੈ ਕਿ ਰਾਜਾ ਜਲੰਧਰ ਇੱਥੇ ਰਾਜ ਕਰਦੇ ਸੀਗੇ, ਜੀ ਬਿਲਕੁਲ, ਅਤੇ ਉਹ ਵੀ ਬਿਲਕੁਲ ਸਾਫ਼ ਕਿਤੇ ਨਾ ਕਿਤੇ ਸਾਨੂੰ ਦਿਖਦਾ ਹੈ। ਅੱਜ ਵੀ ਅਸੀਂ ਦੇਵੀ ਤਲਾਬ ਆਪਾਂ ਜਾਂਦੇ ਹਾਂ, ਅਤੇ ਦੇਵੀ ਤਲਾਬ ਇੱਕ ਤਾਲਾਬ ਹੈ, ਬੜਾ ਪੁਰਾਤਨ ਤਾਲਾਬ ਹੈ, ਅਤੇ ਸਿਆਣੇ ਇਸ ਤਰ੍ਹਾਂ ਕਹਿ ਰਹੇ ਹਨ ਕਿ ਉਹਦੇ ਥੱਲੇ ਵੀ ਇੱਕ ਕੋਈ ਐਸੀ ਗੁਫਾ, ਕੋਈ ਐਸਾ ਹੈ ਜਿਹੜਾ ਉਹਦੇ ਮਹਿਲਾਂ ਵੱਲ ਨੂੰ ਰਸਤਾ ਜਾਂਦਾ ਹੈ। ਉਹ ਕਿਸ਼ਨਪੁਰੇ ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਵਰਿੰਦਾ ਮਾਤਾ ਜੀ ਦਾ ਮੰਦਿਰ ਹੈ, ਬੜਾ ਛੋਟਾ ਹੈ, ਔਰ ਹੁਣ ਮੈਨੂੰ ਇੱਦਾਂ ਲੱਗਦਾ ਹੈ ਕਿ ਅਸੁਰ ਰਾਜਾ ਹੋਣ ਦੇ ਕਾਰਨ ਜਾਂ ਦੈਤਿਆ ਰਾਜਾ ਹੋਣ ਦੇ ਕਾਰਨ ਜਾਂ ਬਹੁਤ ਸ਼ਕਤੀਸ਼ਾਲੀ ਹੋਣ ਦੇ ਕਾਰਨ ਹੋ ਸਕਦਾ ਦੂਸਰੇ ਧਰੋ ਜਿਹੜੇ ਸੀਗੇ, ਜਿਸ ਤਰ੍ਹਾਂ ਦੂਸਰੇ ਲੋਕ ਸੀਗੇ, ਉਹਨਾਂ ਨੇ ਮਤਲਬ ਉਸ ਚੀਜ਼ ਨੂੰ ਖ਼ਤਮ ਕਰਨ ਦੀ, ਉਸ ਸੱਭਿਅਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਵੀ ਇਹ ਸੱਭਿਅਤਾ ਖ਼ਤਮ ਹੀ ਹੋ ਜਾਵੇ, ਇਹਦਾ ਕੋਈ ਨਾਂ ਹੀ ਨਾ ਲਵੇ, ਹੈ ਨਾ। ਮਾਤਾ ਵਰਿੰਦਾ ਦਾ ਪਤਨੀ ਹੈ ਉਹਨਾਂ ਦੀ, ਮਾਤਾ ਵਰਿੰਦਾ ਉਹਨਾਂ ਦੀ ਪਤਨੀ ਹੈ। ਮਾਤਾ ਵਰਿੰਦਾ ਜਿਹੜੀ ਹੈ ਉਹ ਇੱਕ ਅਸੁਰਾ ਦੇ ਇੱਕ ਰਾਜੇ ਕਾਲਨੇਮੀ ਜਿਹੜੀ ਹੈ, ਕਾਲਨੇਮੀ ਜਿਹੜਾ ਹੈ ਉਹਦੀ ਬੇਟੀ ਹੈ, ਅਤੇ ਬਹੁਤ ਸੁੰਦਰ ਹੈ ਔਰ ਬੜੀ ਹੀ ਸ਼ੀਲਵਤੀ ਔਰ ਤਪੱਸਿਆ ਵਾਲੀ ਉਹ ਇਸਤਰੀ ਇਸ ਜਗਤ ਦੇ ਵਿੱਚ ਗਿਣੀ ਗਈ ਹੈ, ਕਿਉਂਕਿ ਉਹਦੀ ਤਪੱਸਿਆ ਦੇ ਨਾਲ ਔਰ ਉਹਦੀ ਸ਼ੀਲਤਾ ਦੇ ਨਾਲ ਹੀ ਉਹਦੇ ਪਤੀ ਜਲੰਧਰ ਨਾਥ ਨੂੰ ਦੁੱਗਣੀ ਜਿਹੜੀ ਹੈ ਸ਼ਕਤੀ ਪ੍ਰਾਪਤ ਹੁੰਦੀ ਸੀ। ਅੱਜ ਵੀ ਇਸਤਰੀਆਂ ਜਿਹੜੀਆਂ ਸ਼ੀਲਵਤੀ ਹੈਗੀਆਂ ਵਾ, ਅੱਜ ਵੀ ਜੋ ਕਪਲ ਜਿਹੜੇ ਹੈਗੇ, ਜੋੜੇ ਜਿਹੜੇ ਹੈਗੇ ਆ, ਜੇ ਪਤੀ ਪਤਨੀ ਆ, ਜੇ ਪਤਨੀ ਸਟਰੋਂਗ ਹੈਗੀ ਆ ਜਾਂ ਉਹਨਾਂ ਦੇ ਵਿੱਚ ਕੋਈ ਯਮ ਸਾਧਨਾ, ਨਿਯਮ, ਭਗਵਾਨ ਦਾ ਨਾਮ ਲੈਣਾ, ਸਿਮਰਨ ਕਰਨਾ, ਜੇ ਇਸ ਚੀਜ਼ਾਂ ਹੈਗੀਆਂ ਵਾ ਤਾਂ ਉਹ ਪਤੀ ਤਰੱਕੀ ਕਰਦੇ ਆ। ਉਸ ਜਲੰਧਰ ਨਾਥ ਜੀ ਵੀ ਜਿਹੜੇ ਸੀਗੇ, ਕਿੰਗ ਜਲੰਧਰ ਕਹਿ ਸਕਦੇ ਹੱਲੇ ਆਪਾਂ, ਕਿਉਂਕਿ ਜਦੋਂ ਜਲੰਧਰ ਨਾਥ ਨਾਮ ਜੁੜਦਾ ਵਾ ਫਿਰ ਉਹ ਆਪਾਂ ਨਾਮ ਦੱਸਾਂਗੇ ਕਿ ਕਿਸ ਤਰ੍ਹਾਂ ਪਿਆ, ਇਹਦਾ ਨਾਮ ਜਲੰਧਰ ਨਾਥ ਕਿਸ ਤਰ੍ਹਾਂ ਪਿਆ। ਰਾਜਾ ਜਲੰਧਰ ਦੀ ਗੱਲ ਕਰਦੇ ਆ ਕਿ ਉਹਨਾਂ ਦੀ ਪਤਨੀ ਵਰਿੰਦਾ ਹੈ, ਔਰ ਅੱਜ ਵੀ ਕਿਸ਼ਨਪੁਰੇ ਜਿਹੜਾ ਹੈ ਉਹ ਮੰਦਿਰ ਹੈ ਉਹਨਾਂ ਦਾ, ਲੋਕ ਉਹਨਾਂ ਨੂੰ ਵਰਿੰਦਾ ਤੋਂ ਘੱਟ ਅਤੇ ਤੁਲਸੀ ਮਾਤਾ ਤੋਂ ਜ਼ਿਆਦਾ ਜਾਣਦੇ। ਸੋ ਜਲੰਧਰ ਨਾਥ ਜੀ, ਤੁਲਸੀ ਤੇ ਜਿਹੜੀ ਵਰਿੰਦਾ ਦੀ ਗੱਲ ਕਰ ਰਹੇ ਆ, ਉਹਨਾਂ ਵਿੱਚ ਕੀ ਮੇਲ ਹੈਗਾ? ਹਾਂ, ਇਹ ਇੱਕ ਦੇਖੋ ਪੁਰਾਣਾਂ ਦੀਆਂ ਕਥਾਵਾਂ ਹਨ, ਅਸੀਂ ਸਭ ਜਾਣਦੇ ਹਾਂ। ਹੁਣ ਕੋਈ ਨਹੀਂ ਖੁੱਲ੍ਹ ਕੇ ਦੱਸਦਾ ਜਾਂ ਨਹੀਂ ਗੱਲ ਕਰਦਾ, ਇਹ ਵੱਖਰੀ ਗੱਲ ਹੈ। ਪ੍ਰਚਾਰ ਤੇ ਦੇਖੋ ਰਾਮਾਇਣ ਦਾ ਵੀ ਹੁੰਦਾ ਹੈ, ਮਹਾਭਾਰਤ, ਗੀਤਾ, 18 ਪੁਰਾਣ, 4 ਵੇਦ, ਵੇਦੰਗ, ਸਮਰਤੀਆਂ, ਸਾਰਿਆਂ ਦਾ ਪ੍ਰਚਾਰ ਹੁੰਦਾ ਹੈ। ਅਤੇ ਸਾਨੂੰ ਵੈਸੇ ਪਤਾ ਦੱਸਣਾ ਚਾਹੀਦਾ ਹੈ, ਸਾਡੇ ਸਾਧੂ ਸੰਤ ਮਹਾਤਮਾ ਯੋਗੀ ਸਿੱਧਨਾਥ ਜੋ ਵੀ ਸ਼ਹਿਰ ਦੇ ਵਿੱਚ ਵਸਦੇ ਹਨ, ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਜਿਸ ਸ਼ਹਿਰ 'ਚ ਰਹਿ ਰਹੇ ਹਾਂ ਉਹ ਰਾਜਾ ਜਲੰਧਰ ਦਾ ਸ਼ਹਿਰ ਹੈ, ਅਤੇ ਉਹਨਾਂ ਦੀ ਪਤਨੀ ਵਰਿੰਦਾ ਜਿਹੜੀ ਹੈ ਉਹ, ਉਹਨਾਂ ਦਾ ਨਾਮ ਜਿਹੜਾ ਹੈ ਆਪਾਂ ਕਹਿੰਦੇ ਹਾਂ ਤੁਲਸੀ, ਦੂਸਰਾ ਨਾਮ ਜਿਹੜਾ ਲੈਂਦੇ ਹਾਂ, ਇਹਦਾ ਆਪਸ ਦੇ ਵਿੱਚ ਕੀ ਜਿਹੜਾ ਹੈ ਮੇਲ ਹੈ। ਇਹ ਦੇਖੋ ਅੱਜ ਵੀ ਤੁਸੀਂ ਦੇਖਿਆ ਹੋਣਾ ਹੈ ਕਿ ਹਿੰਦੂ ਮੈਥੋਲੋਜੀ ਦੇ ਵਿੱਚ ਜੋ ਆਉਂਦਾ ਹੈ, ਅਕਤੂਬਰ ਦੇ ਮਹੀਨੇ ਦੇ ਵਿੱਚ ਕਾਰਤਿਕ ਮਾਸ ਹੁੰਦਾ ਹੈ, ਅਤੇ ਉਹਦੇ ਵਿੱਚ ਇੱਕ ਤੁਲਸੀ ਵਿਆਹ ਕਰਾਇਆ ਜਾਂਦਾ ਹੈ ਸ਼ਾਲੀਗ੍ਰਾਮ ਦੇ ਨਾਲ। ਸ਼ਾਲੀਗ੍ਰਾਮ ਮਤਲਬ ਇੱਕ ਪੱਥਰ ਨੂੰ ਅਸੀਂ ਵਿਸ਼ਨੂੰ ਭਗਵਾਨ ਕਹਿੰਦੇ ਹਾਂ, ਦੇਖਿਆ ਕਈ ਵਾਰ, ਕਾਫੀ ਵਾਰ ਦੇਖਿਆ। ਉਹਦੇ ਵਿੱਚ ਆਪਾਂ ਵਿਸ਼ਨੂੰ ਭਗਵਾਨ ਦਾ ਰੂਪ ਦੇਖਦੇ ਹਾਂ। ਅਤੇ ਕੁਛ ਲੋਕ ਜਦੋਂ ਪਹਿਲਾਂ ਇਹ ਇੱਦਾਂ ਹੁੰਦਾ ਸੀਗਾ ਕਿ ਜਦੋਂ ਵਿਆਹ ਸ਼ੁਰੂ ਹੁੰਦੇ ਸੀਗੇ, ਜਦੋਂ ਸ਼ਰਦ ਰਿਤੂ ਸ਼ੁਰੂ ਹੁੰਦੀ ਸੀਗੀ, ਜਦੋਂ 9ਵਾਂ ਮਹੀਨਾ 10ਵਾਂ ਮਹੀਨਾ ਹੈ, ਇਹ 'ਚ ਜਦੋਂ ਸ਼ਰਦ ਰਿਤੂ ਸ਼ੁਰੂ ਹੋਣੀ ਆ, ਅਤੇ ਉਦੋਂ ਵਿਆਹ ਦਾ ਮੌਸਮ ਜਿਹੜਾ ਹੈ ਉਹ ਪਹਿਲਾਂ ਵਿਆਹ ਜਿਹੜਾ ਹੈ ਸ਼ਾਲੀਗ੍ਰਾਮ ਅਤੇ ਮਾਤਾ ਤੁਲਸੀ ਇਹਨਾਂ ਦਾ ਕਰਕੇ, ਅਤੇ ਫਿਰ ਮੁੜ ਵਿਆਹ ਜਿਹੜੇ ਹਨ ਖੁੱਲ੍ਹ ਜਾਂਦੇ ਸੀਗੇ, ਅਤੇ ਲੋਕ ਵਿਆਹ ਕਰਦੇ ਸੀਗੇ, ਔਰ ਵੈਸੇ ਵੀ ਸ਼ੁਭ ਮੰਨਿਆ ਜਾਂਦਾ ਸੀਗਾ। ਮਤਲਬ ਜਿਹਨੇ ਵੀ ਸ਼ੁਰੂ ਕੀਤਾ ਹੈ ਇਸ ਨੂੰ, ਪਰ
ਤੁਸੀਂ ਇਹ ਦੇਖੋ ਕਿ ਜਲੰਧਰ ਨਾਥ ਜੀ ਦੀ ਪਤਨੀ ਜਿਹੜੀ ਹੈ ਉਹ ਵਰਿੰਦਾ ਹੈ, ਹੁਣ ਉਹਨੂੰ ਅਸੀਂ ਤੁਲਸੀ ਵੀ ਕਹਿਣ ਲੱਗ ਗਏ, ਔਰ ਤੁਲਸੀ ਦਾ ਵਿਆਹ ਜਿਹੜਾ ਹੈ ਔਰ ਸ਼ਾਲੀਗ੍ਰਾਮ ਵਿਸ਼ਨੂੰ ਭਗਵਾਨ ਦਾ ਜੋ ਪੱਥਰ ਦਾ ਰੂਪ ਹੈ ਉਹਦੇ ਨਾਲ। ਇੱਕ ਗੱਲ ਤੁਸੀਂ ਕਹੀ ਹੈਗੀ ਆ ਕਿ ਤੁਲਸੀ ਮਾਤਾ ਤੇ ਬ੍ਰਿੰਦਾ ਇਹ ਇੱਕ ਹੈ। ਜੇ ਪਰ ਗੱਲ ਕਰੀਏ, ਤੁਸੀਂ ਗੱਲ ਕਰਦੇ ਕਿ ਬ੍ਰਿੰਦਾ ਜਿਹੜੀ ਹੈ ਉਹ ਜਲੰਧਰ ਨਾਥ ਦੀ ਜਿਹੜੇ ਪਤਨੀ ਸੀਗੇ, ਫਿਰ ਉਹਨਾਂ ਦਾ ਜਿਹੜਾ ਵਿਸ਼ਨੂੰ ਭਗਵਾਨ ਦੇ ਨਾਲ ਵਿਆਹ ਕਰਨਾ ਇਹ ਉਹ ਕਿਵੇਂ ਸੰਭਵ ਹੋ ਸਕਦਾ ਹੈ? ਬਿਲਕੁਲ ਬਿਲਕੁਲ, ਇਹ ਪੁੱਛਣਾ ਜਿਹੜਾ ਹੈ, ਆਪਾਂ ਕਈ ਵਾਰੀ ਸੀਰੀਅਲ ਵੀ ਦੇਖਦੇ ਹਾਂ ਟੀਵੀ ਦੇ ਉੱਪਰ, ਕਿਤੇ ਕਿਤੇ ਸਾਨੂੰ ਥੋੜ੍ਹੇ ਥੋੜ੍ਹੇ ਅੰਸ਼ ਜਿਹੜੇ ਹੈ ਪੁਰਾਣਾ ਦੇ ਉਹ ਦਿਖਾਉਂਦੇ ਆ ਤੇ ਉੱਥੋਂ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਲੇਕਿਨ ਅਗਰ ਆਪਾਂ ਪੁਰਾਣਾ ਦੀ ਗੱਲ ਕਰੀਏ ਤਾਂ ਬਿਲਕੁਲ ਸਾਫ਼ ਹੈ ਕਿ ਜੋ ਜਲੰਧਰ ਨਾਥ ਸੀਗੇ ਉਹ ਬੜੇ ਹੀ ਇੱਕ ਸ਼ਕਤੀਸ਼ਾਲੀ ਰਾਜਾ ਸੀਗੇ, ਤੇ ਜੋ ਸ਼ਕਤੀਸ਼ਾਲੀ ਰਾਜਾ ਹੁੰਦੇ ਆ ਉਹ ਫਿਰ ਗਾਂਹ ਤੋਂ ਗਾਂਹ ਆਪਣੇ ਆਪ ਨੂੰ ਵਧਾਉਣ ਦੇ ਲਈ ਔਰ ਆਪਣੇ ਸਮਰਾਜ ਨੂੰ ਵਧਾਉਣ ਦੇ ਲਈ ਅੱਗੇ ਜਿਹੜਾ ਵੀ ਆਉਂਦਾ ਹੈ ਉਹਦੇ ਨਾਲ ਟੱਕਰ ਲੈਂਦੇ ਆ। ਤੇ ਇਸ ਤਰ੍ਹਾਂ ਦੱਸਿਆ ਜਾਂਦਾ ਹੈ, ਕਥਾਵਾਂ ਆਉਂਦੀਆਂ ਹਨ ਕਿ ਸ਼ਿਵ ਦੇ ਨਾਲ ਵੀ ਉਹਨਾਂ ਨੇ ਸਿੱਧਾ ਟੱਕਰ ਲੈਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਉਹਦਾ ਰੂਪ ਹੀ ਸੀਗੇ। ਤੇ ਸੀਰੀਅਲਾਂ 'ਤੇ ਵੀ ਦਿਖਾਉਂਦੇ ਹੁੰਦੇ ਕਈ ਵਾਰੀ, ਲੇਕਿਨ ਹੋ ਸਕਦਾ ਉਹ ਇੱਕ ਡਰਾਮੈਟਿਕ ਤਰੀਕੇ ਦੇ ਨਾਲ ਦਿਖਾਉਂਦੇ ਆ, ਇੱਕ ਨਾਟਕ ਦੀ ਤਰ੍ਹਾਂ ਦਿਖਾਉਂਦੇ, ਲੇਕਿਨ ਇਸ ਤਰ੍ਹਾਂ ਨਹੀਂ ਹੈ। ਸੱਚ ਤਾਂ ਇਹ ਹੈ ਕਿ ਜੋ ਜਲੰਧਰ ਨਾਥ ਜੀ ਇੱਕ ਬਹੁਤ ਹੀ ਸਟਰੋਂਗ ਜਿਹੜੇ ਰਾਜਾ ਸੀਗੇ, ਬਹੁਤ ਹੀ ਤਾਕਤਵਰ ਰਾਜਾ ਸੀਗੇ, ਤੇ ਉਹਨਾਂ ਨੇ ਵਿਸ਼ਨੂੰ ਔਰ ਸ਼ਿਵ ਔਰ ਬ੍ਰਹਮਾ, ਇਹ ਕਥਾਵਾਂ ਆਉਂਦੀਆਂ ਹਨ ਕਿ ਉਹਨਾਂ ਦੇ ਨਾਲ ਵੀ ਯੁੱਧ ਕਰਨ ਦਾ ਜਿਹੜਾ ਵਿਚਾਰ ਕੀਤਾ, ਜਿਸ ਤੋਂ ਮਤਲਬ ਪ੍ਰਭਾਵਿਤ ਹੋ ਕੇ ਫਿਰ ਇੱਕ ਜਿਸ ਤਰ੍ਹਾਂ ਵਿਊ ਰਚਨਾ ਰਚੀ ਗਈ। ਤੇ ਵਿਸ਼ਨੂੰ ਭਗਵਾਨ ਨੇ ਜਦੋਂ ਇਹ ਦੇਖਿਆ ਕਿ ਇਹਦੇ ਪਿੱਛੇ ਜਿਹੜੀ ਤਾਕਤ ਹੈ ਉਹ ਕਿਸ ਦੀ ਹੈ, ਤੇ ਉਹਨਾਂ ਨੂੰ ਪਤਾ ਲੱਗਾ, ਨਾਰਦ ਮੁਨੀ, ਕਥਾਵਾਂ ਆਉਂਦੀਆਂ ਪਦਮ ਪੁਰਾਣ ਦੇ ਵਿੱਚ ਵੀ ਆਉਂਦੀ ਹੈ ਕਿ ਉਹਨਾਂ ਨੇ ਦੱਸਿਆ ਕਿ ਇਹਦੀ ਪਤਨੀ ਜਿਹੜੀ ਹੈ ਉਹਦੀ ਸ਼ੀਲਤਾ ਜਿਹੜੀ ਹੈ, ਯਾਨੀ ਕਿ ਪਵਿੱਤਰਤਾ ਜਿਹੜੀ ਹੈ, ਉਹਦੀ ਤਪੱਸਿਆ ਜਿਹੜੀ ਹੈ ਉਹ ਇਹਦੇ ਪਿੱਛੇ ਕੰਮ ਕਰਦੀ ਹੈ ਇਸ ਰਾਜੇ ਦੇ। ਤੇ ਉਹਨਾਂ ਨੇ ਫਿਰ ਵਿਸ਼ਨੂੰ ਭਗਵਾਨ ਨੇ ਉਹਨਾਂ ਦੀ ਪਤਨੀ ਜੋ ਵਰਿੰਦਾ ਹੈ ਉਹਦੇ ਨਾਲ ਧੋਖੇ ਦੇ ਨਾਲ ਜਿਹੜਾ ਹੈ ਛਲ ਕੀਤਾ, ਇਹ ਪਵਿੱਤਰਤਾ ਨਸ਼ਟ ਹੋਈ ਤੇ ਜਲੰਧਰ ਨਾਥ ਦੀ ਜਿਸ ਤਰ੍ਹਾਂ ਹੀ ਤਾਕਤ ਘਟੀ ਤੇ ਇਹਨਾਂ ਨੇ ਉਹਨੂੰ ਹਰਾ ਕੇ ਉਹਨਾਂ ਦੇ ਸਮਰਾਜਿਆਂ ਨੂੰ, ਉਹਦੇ ਰਾਜ ਨੂੰ ਜਿਹੜਾ ਹੈ ਉਹ ਨਸ਼ਟ ਭ੍ਰਸ਼ਟ ਕਰ ਦਿੱਤਾ ਗਿਆ। ਔਰ ਫਿਰ ਹੁਣ ਵਰਿੰਦਾ ਜਿਹੜੀ ਹੈ ਪਤਨੀ ਉਹਨਾਂ ਦੀ, ਹੁਣ ਉਹ ਤੇ ਇੱਕ ਜਿਹੜੀ ਰੂਹ ਹੈ ਉਹ ਬੜੀ ਹੀ ਪਵਿੱਤਰ ਰੂਹ ਹੈ, ਉਹ ਦੇਵੀ ਹੈ, ਤੇ ਉਹਨੇ ਫਿਰ ਸ਼ਰਾਪ ਦਿੱਤਾ ਹੈ ਵਿਸ਼ਨੂੰ ਨੂੰ ਕਿ ਤੂੰ ਪੱਥਰ ਦਾ ਹੋ ਜਾ, ਤੇ ਉਹ ਪੱਥਰ ਦੇ ਹੋਏ ਆ। ਅੱਜ ਵੀ ਲੋਕ ਉਹਨਾਂ ਦੀ ਪੂਜਾ ਕਰਦੇ ਆ ਪੱਥਰ ਦੇ ਰੂਪ ਵਿੱਚ, ਉਹਨੂੰ ਸ਼ਾਲੀਗ੍ਰਾਮ ਕਹਿੰਦੇ ਹੈਗੇ ਆ, ਠਾਕੁਰ ਵੀ ਕਹਿ ਦਿੰਦੇ ਹੈਗੇ ਆ। ਤੇ ਫਿਰ ਤੁਲਸੀ ਮਾਤਾ ਜਿਹੜੀ ਹੈ ਉਹਨਾਂ ਨੇ ਅਗਨੀ ਦੇ ਵਿੱਚ ਮਤਲਬ ਆਪਣੇ ਆਪ ਨੂੰ ਜਦੋਂ ਭਸਮ ਕੀਤਾ, ਤੇ ਉਹਨਾਂ ਦੀ ਜਿਹੜੀ ਰਾਖ ਸੀਗੀ ਉਹ ਜਿੱਥੇ ਜਿੱਥੇ ਸੁੱਟੀ ਗਈ ਤੇ ਉੱਥੋਂ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਸੁਗੰਧਿਤ ਪੱਤੇ ਉੱਗੇ, ਆਰਗੈਨਿਕ ਲੀਵਸ, ਜਿਹੜੀ ਆਰਗੈਨਿਕ ਲੀਵਸ ਸੀਗੇ, ਉਹ ਪੱਤੇ ਜਿਹੜੇ ਸੀਗੇ ਉਹ ਹੌਲੀ ਹੌਲੀ ਜਦੋਂ ਵਧੇ ਅੱਗੇ ਨੂੰ, ਤੇ ਉਹਦੀ ਆਲੇ ਦੁਆਲੇ ਜਿਹੜੀ ਮਹਿਕ ਸੀਗੀ ਉਹ ਇੰਨੀ ਕਿ ਪੋਜ਼ਿਟਿਵ એનર્ਜੀ ਕ੍ਰੀਏਟ ਕਰ ਰਹੀ ਸੀਗੀ ਕਿ ਉਹ ਫਿਰ ਉਹਦਾ ਪਤਾ ਖੋਜ ਹੋਈ ਕਿ ਇਹ ਤੁਲਸੀ, ਉਹਦਾ ਨਾਮ ਤੁਲਸੀ ਰੱਖਿਆ ਗਿਆ ਹੈ ਨਾ। ਤੇ ਉਹ ਤੁਲਸੀ ਅੱਜ ਵੀ ਜਿਹੜੀ ਹੈ ਉਹ ਇੱਕ ਛੋਟੇ ਜਿਹੇ ਦਰਖਤ ਦੇ ਰੂਪ ਦੇ ਵਿੱਚ, ਜਿਹੜਾ ਪੌਦਾ ਹੁੰਦਾ ਹੈ ਉਹਦੇ ਰੂਪ 'ਚ ਹੈ, ਔਰ ਉਹਨੂੰ ਘਰ ਦੇ ਵਿੱਚ ਜਿਹੜਾ ਹੈ ਉਹਦੀ ਪੂਜਾ ਪਾਠ ਕੀਤਾ ਜਾਂਦਾ ਹੈ, ਘਰ ਦੇ ਵਿੱਚ ਉਹਨੂੰ ਸਿਮਰਨ ਕੀਤਾ ਜਾਂਦਾ ਹੈ, ਉਹਦੀ એનર્ਜੀ ਨੂੰ ਮੰਨਿਆ ਜਾਂਦਾ ਹੈ। ਔਰ ਇੱਦਾਂ ਵੀ ਮੰਨਿਆ ਜਾਂਦਾ ਹੈ ਕਿ ਤੁਲਸੀ ਜੋ ਪੱਤਰ ਹੈ, ਜੇਕਰ ਅਸੀਂ ਆਪਣੀ ਜੀਭਾ 'ਤੇ ਰੱਖਦੇ ਹਾਂ ਜਾਂ ਉਸ ਦਾ ਜਿਹੜਾ ਹੈ ਥੋੜ੍ਹਾ ਜਿਹਾ ਰਸ ਜਿਹੜਾ ਹੈ ਉਹ ਆਪਾਂ ਅੰਦਰ ਲੈ ਕੇ ਜਾਂਦੇ ਸਰੀਰ ਦੇ, ਤਾਂ ਕਈ ਪ੍ਰਕਾਰ ਦੀਆਂ ਜਿਹੜੀਆਂ ਬਿਮਾਰੀਆਂ ਹਨ ਉਹ ਸਰੀਰ 'ਚੋਂ ਨਿਕਲ ਜਾਂਦੀਆਂ ਹਨ। ਜਦੋਂ ਅੱਜ ਚਲੋ ਆਪਾਂ ਫਿਰ ਦੁਬਾਰਾ ਉਸੇ ਕੁਐਸਚਨ 'ਤੇ ਆਉਂਦੇ ਹੈਗੇ ਆ ਕਿ ਜਲੰਧਰ ਨਾਥ ਜੀ ਇਸ ਸ਼ਹਿਰ ਦੇ ਵਿੱਚ ਵਸੇ, ਜਿਵੇਂ ਕਿ ਤੁਸੀਂ ਦੱਸ ਰਹੇ ਹੈਗੇ ਆ, ਤਾਂ ਉਹਨਾਂ ਦਾ ਇੱਥੇ ਕੋਈ ਅੰਸ਼ ਜਾਂ ਕੋਈ ਇਦਾਂ ਦਾ ਕੋਈ ਸਿੰਪਟਮ ਹੋਵੇ ਜਿੱਥੇ ਪਤਾ ਲੱਗ ਸਕੇ ਕਿ ਉਹ ਇੱਥੇ ਰਹਿੰਦੇ ਸੀਗੇ, ਜਾਂ ਇੱਥੇ ਉਹਨਾਂ ਦਾ ਕੋਈ ਮਹਿਲ ਹੋਵੇ ਜਾਂ ਉਹਨਾਂ ਦਾ ਕੋਈ ਕਿਲਾ ਹੋਵੇ, ਕੁਛ ਇਦਾਂ ਦਾ? ਬਿਲਕੁਲ ਬਿਲਕੁਲ, ਆਪਾਂ ਵਰਿੰਦਾ ਗੱਲ ਕੀਤੀ ਤੇ ਚਲੋ ਹੁਣ ਉਹ ਵਰਿੰਦਾ ਮਾਤਾ ਵੱਲ ਨੂੰ ਔਰ ਤੁਲਸੀ ਮਾਤਾ ਵੱਲ ਨੂੰ, ਔਰ ਉਹ ਤੁਲਸੀ ਮਾਤਾ ਔਰ ਵਿਸ਼ਨੂੰ ਭਗਵਾਨ ਦੇ ਵਿਆਹ ਵੱਲ ਨੂੰ ਚਲੇ ਗਈ ਹੈ ਨਾ। ਚਲੋ ਆਪਾਂ ਗੱਲ ਕਰਦੇ ਹਾਂ, ਹੁਣ ਦੇਖੋ ਆਪਾਂ ਜਲੰਧਰ ਸ਼ਹਿਰ ਦੇ, ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਉੱਦਾਂ ਹੋਣਾ ਹੈਗਾ, ਲੇਕਿਨ ਫਿਰ ਵੀ ਮੈਨੂੰ ਇੱਦਾਂ ਲੱਗਦਾ ਵਾ ਕਿ ਕਿਲ੍ਹਾ ਮਹੱਲਾ, ਨੀਲਾ ਮਹਿਲ, ਤਲਾਬ, ਦੇਵੀ ਤਲਾਬ ਹੈ ਨਾ, ਫਿਰ ਇੱਦਾਂ ਲੱਗਦਾ ਹੈ ਕਿ ਉਹ ਰਾਜੇ ਦੇ ਟਾਈਮ 'ਤੇ ਉਹਨੇ ਜ਼ਰੂਰ ਇਸ ਸ਼ਹਿਰ ਦੀ ਜਿਹੜੀ ਵਿਵਸਥਾ ਹੈ ਉਹ ਇਸ ਤਰ੍ਹਾਂ ਕੀਤੀ ਹੋਣੀ ਹੈ ਕਿ ਅੱਜ ਵੀ ਤੁਸੀਂ ਦੇਖਦੇ ਹੋ ਕਿ ਜਲੰਧਰ ਦੇ ਵਿੱਚ ਜੋ ਸ਼ਿਲਪਕਾਰ ਹਨ, ਹੱਥ ਦੇ ਕਾਰੀਗਰ ਹਨ, ਉਹਨਾਂ ਦੇ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਜਿਹੜੀਆਂ ਹਨ ਉਹ ਦੇਸ਼ਾਂ ਵਿਦੇਸ਼ਾਂ 'ਚ ਮਸ਼ਹੂਰ ਆ।
ਜਲੰਧਰ ਤੋਂ ਬਹੁਤ ਸਾਰਾ ਨਿਰਯਾਤ ਦੇਸ਼ਾਂ ਵਿਦੇਸ਼ਾਂ 'ਚ ਹੁੰਦਾ ਹੈ। ਤੇ ਇਸ ਤਰ੍ਹਾਂ ਲੱਗਦਾ ਹੈ ਕਿ ਰਾਜਾ ਜਲੰਧਰ ਜਿਹੜੇ ਸਨ ਉਹ ਆਪਣੇ ਰਾਜ ਦੇ ਵਿੱਚ ਜਿਹੜੇ ਸ਼ਿਲਪਕਾਰ ਸਨ ਉਹਨਾਂ ਨਾਲ ਬੜਾ ਪ੍ਰੇਮ ਕਰਦੇ ਸਨ ਔਰ ਉਹਨਾਂ ਦੇ ਖਾਤਰ ਬੜਾ ਕੁਛ ਉਹਨਾਂ ਨੂੰ ਮਤਲਬ ਅੱਛਾ ਤਰੀਕੇ ਨਾਲ ਰੱਖਦੇ ਸੀਗੇ ਆਪਣੇ ਰਾਜ ਦੇ ਵਿੱਚ। ਤੇ ਮੈਨੂੰ ਇੱਦਾਂ ਲੱਗਦਾ ਹੈ ਕਿ 12 ਬਸਤੀਆਂ ਵੀ ਇਸੇ ਕਰਕੇ ਵਸੀਆਂ ਹੋਣੀਆਂ ਹੈਗੀਆਂ। ਉਹਨਾਂ ਦੇ ਅਲੱਗ-ਅਲੱਗ ਨਾਮ ਹੈ। 8 ਗੇਟ ਵਾ ਜਲੰਧਰ ਦੇ ਵਿੱਚ। ਤੇ ਫਿਰ ਇਹਦੀ ਜਿਹੜੀ ਸੀਮਾ ਹੈ ਉਹ 30 ਕਿਲੋਮੀਟਰ ਤੱਕ ਆਪਾਂ ਦੇਖੀਏ ਤਾਂ ਇੱਧਰੋਂ ਫਲੋਰ ਚਲ ਜਾਈਏ ਹੈ ਨਾ, ਅਤੇ ਇੱਧਰੋਂ ਆਪਾਂ ਆਦਮਪੁਰ ਨਕੋਦਰ ਇਹ ਚਲੇ ਜਾਈਏ ਅਤੇ ਇਹ ਆਪਾਂ ਦੇਖੀਏ ਤਾਂ ਇਹ ਬੜਾ ਵੱਡਾ ਏਰੀਆ ਮਹਾਨਗਰ ਗਿਣਿਆ ਜਾਂਦਾ ਪੰਜਾਬ ਦੇ ਵਿੱਚ। ਲੁਧਿਆਣਾ ਅਤੇ ਜਲੰਧਰ ਅਤੇ ਆਪਣਾ ਅੰਮ੍ਰਿਤਸਰ ਇਹਨਾਂ ਨੂੰ ਆਪਾਂ ਬੜੇ ਨਗਰ ਗਿਣਦੇ ਹੈਗੇ ਆ। ਔਰ ਜਲੰਧਰ ਜਿਹੜਾ ਹੈ ਉਹ ਐਸਾ ਵੀ ਸੁਣਨ ਨੂੰ ਆਉਂਦਾ ਹੈ, ਕਿਉਂਕਿ ਦੂਜੇ ਪਾਸੇ ਆਪਾਂ ਦੇਖੀਏ ਤੇ ਜਲੰਧਰ ਜਿਹੜਾ ਹੈ ਜਲ ਦੇ ਅੰਦਰ, ਕਈ ਲੋਕ ਕਹਿੰਦੇ ਆ ਕਿ ਜਲ ਦੇ ਬਹੁਤ ਸਾਰੇ ਲੋਕਾਂ ਜੋ ਪੁੱਛਿਆ ਜਾਵੇ ਤਾਂ ਉਹਨਾਂ ਨੂੰ ਇਹੀ ਲੱਗਦਾ ਹੈਗਾ ਕਿ ਜਿਹੜਾ ਜਲ ਦੇ ਅੰਦਰ, ਇਸ ਲਈ ਉਹਦਾ ਨਾਮ ਜਿਹੜਾ ਜਲੰਧਰ ਪਿਆ ਹੈ। ਗੱਲ ਕਰ ਰਹੇ ਆ ਰਾਜਾ ਜਲੰਧਰ ਦੀ, ਤੇ ਜਲੰਧਰ ਨਾਥ ਕਿਵੇਂ ਫਿਰ ਬਣ ਗਿਆ? ਕਿਉਂਕਿ ਜਲੰਧਰ ਕਿੰਗ ਤੁਸੀਂ ਕਹਿ ਰਹੇ ਹੈਗੇ ਆ, ਕਿੰਗ ਆਫ ਜਲੰਧਰ, ਤੇ ਫਿਰ ਉਹ ਜਲੰਧਰ ਨਾਥ ਕਿਵੇਂ ਬਣ ਗਏ? ਦੇਖੋ, ਜਿਸ ਵੇਲੇ ਐਸਾ ਆ ਰਿਹਾ ਹੈ ਸ਼ਾਸਤਰਾਂ ਪੁਰਾਣਾਂ ਦੇ ਵਿੱਚ, ਸੁਣਨ ਨੂੰ ਵੀ ਆਉਂਦਾ, ਪੜ੍ਹਨ ਨੂੰ ਵੀ ਆਉਂਦਾ ਹੈ ਕਿ ਜੋ ਰਾਜਾ ਜਲੰਧਰ ਹਨ ਜਦੋਂ ਉਹ ਹਾਰ ਗਏ ਸੀਗੇ ਔਰ ਉਹਨਾਂ ਦੀ ਪਤਨੀ ਜੋ ਸੀ ਉਹ ਮਤਲਬ ਜਿਸ ਤਰ੍ਹਾਂ ਇੱਦਾਂ ਹੋ ਗਏ, ਅਤੇ ਉਹ ਫਿਰ ਉਹਨਾਂ ਨੇ ਗੋਰਖਨਾਥ ਮਹਾਰਾਜ ਜਿਹੜੇ ਸੀਗੇ, ਕਿਉਂਕਿ ਗੋਰਖਨਾਥ ਮਹਾਰਾਜ ਜਿਹੜੇ ਆ ਉਹ ਆਦਿਨਾਥ ਮਤਲਬ ਹੈ ਨਾ, ਨੌ ਨਾਥ ਹਨ, ਅਤੇ ਇਹ ਇੱਕ ਯੋਗ ਦਾ ਇੱਕ ਜਿਹੜਾ ਹੈ ਉਹ ਗਾਂ ਤੋਂ ਗਾਂ ਪ੍ਰਚਾਰ ਪ੍ਰਸਾਰ ਆਦਿਨਾਥ ਤੋਂ ਚੱਲਿਆ ਆ ਰਿਹਾ ਹੈ। ਆਦਿਨਾਥ ਮਤਲਬ ਸ਼ਿਵ ਤੋਂ ਹੀ ਸ਼ਿਵ ਨੇ ਸਪਤ ਰਿਸ਼ੀਆਂ ਨੂੰ ਗਿਆਨ ਦਿੱਤਾ। ਸਪਤ ਰਿਸ਼ੀਆਂ ਤੋਂ ਬਾਅਦ ਜਿਹੜੇ ਸਨ ਮਤਸੇਂਦਰਨਾਥ ਨਾਮ ਆਉਂਦਾ ਹੈ, ਉਹ ਫਿਰ ਉਹਨਾਂ ਨੇ ਜਿਹੜਾ ਹੈ ਉਸ ਗਿਆਨ ਨੂੰ ਪ੍ਰਾਪਤ ਕੀਤਾ, ਯੋਗ ਦੇ ਗਿਆਨ ਨੂੰ, ਕਿਉਂਕਿ ਪਰਮਾਤਮ ਪ੍ਰਾਪਤੀ ਜਿਹੜੀ ਹੈ ਨਾਥ ਸੰਪਰਦਾਇ ਦੇ ਅਨੁਸਾਰ ਯੋਗ ਤੋਂ ਬਿਨਾਂ ਨਹੀਂ ਕਰ ਸਕਦੇ ਆਪਾਂ। ਯੋਗ ਮਤਲਬ ਹੁੰਦਾ ਹੈ ਕਿ ਯੋਗ ਸਿੱਧ ਹੋਣਾ। ਯੋਗ ਸਿੱਧ ਦਾ ਮਤਲਬ ਹੈ ਕਿ ਆਪਣੇ ਸਰੀਰ ਦੇ ਅੰਦਰ ਤੁਸੀਂ ਉਹ ਪਰਮ ਪ੍ਰਕਾਸ਼ ਨੂੰ ਪ੍ਰਾਪਤ ਕਰਨਾ ਯੋਗਿਕ ਕਿਰਿਆਵਾਂ ਦੇ ਨਾਲ। ਹੁਣ ਜੇਕਰ ਆਪਾਂ ਆਪਣੇ ਅਸ਼ਟ ਚੱਕਰਾਂ ਨੂੰ ਜਾਗਰਤ ਕਰਦੇ ਹਾਂ, ਆਪਾਂ ਆਪਣੇ ਅੰਦਰੋਂ 108 ਜਿਹੜੇ ਚੱਕਰ, ਵੈਸੇ 114 ਗਿਣੇ ਗਏ ਆ, ਅਤੇ ਡੀਐਕਟੀਵੇਟ 6 ਇਸ ਤਰ੍ਹਾਂ ਦੱਸਦੇ ਸੰਤ ਯੋਗੀ ਦੱਸਦੇ ਆ, ਅਤੇ ਫਿਰ 108 ਰਹਿ ਜਾਂਦੇ। ਜੇਕਰ ਕੋਈ ਮਨੁੱਖ ਉਸ ਨੂੰ ਯੋਗ ਦੇ ਦੁਆਰਾ ਸਿੱਧ ਕਰਦਾ ਹੈ ਤਾਂ ਫਿਰ ਹੀ ਪਰਮਾਤਮ ਪ੍ਰਾਪਤੀ ਹੁੰਦੀ ਹੈ। ਅਤੇ ਆਦਿਨਾਥ ਜਿਹੜੇ ਹਨ, ਸ਼ਿਵ ਜਿਹੜੇ ਹਨ, ਸਪਤ ਰਿਸ਼ੀਆਂ ਨੂੰ ਗਿਆਨ, ਔਰ ਉਹਦੇ ਨਾਲ ਜੋ ਮਤਸੇਂਦਰਨਾਥ ਹਨ, ਉਹ ਐਪੀਸੋਡ ਆਉਂਦਾ ਹੈ ਕਿ ਮਤਸੇਂਦਰਨਾਥ ਜੀ ਨੇ ਸ਼ਿਵ ਦੇ ਦੁਆਰਾ ਹੀ ਇਸ ਗਿਆਨ ਨੂੰ ਪ੍ਰਾਪਤ ਕੀਤਾ ਹੈ। ਔਰ ਉਸ ਤੋਂ ਬਾਅਦ ਨਾਥ ਤੋਂ ਬਾਅਦ ਗੋਰਖਨਾਥ ਮਹਾਰਾਜ ਆਏ, ਅਤੇ ਗੋਰਖਨਾਥ ਮਹਾਰਾਜ ਜਿਹੜੇ ਹਨ ਯੋਗ ਗਿਆਨ ਦੇ ਪਿਤਾਮਾ ਕਹੇ ਗਏ। ਯੋਗ ਗਿਆਨ ਦੇ ਪਿਤਾਮਾ ਅੱਜ ਵੀ ਉਹਨਾਂ ਨੂੰ ਜਿਹੜਾ ਹੈ ਨਾਥ ਸੰਪਰਦਾਇ ਦੇ ਵਿੱਚ ਅੱਜ ਵੀ ਯੋਗ ਜਿਹੜਾ ਹੈ ਉਹਦਾ ਬੜਾ ਮਹੱਤਵ ਹੈ। ਸਰੀਰਕ ਯੋਗ ਨਹੀਂ ਕਹਿ ਸਕਦੇ ਇਹਨੂੰ ਆਪਾਂ, ਸਰੀਰਕ ਯੋਗ ਵੀ ਹੈ ਅਤੇ ਲੇਕਿਨ ਆਤਮਿਕ ਯੋਗ ਜਿਹੜਾ ਹੈ, ਯਾਨੀ ਕਿ ਆਪਣੇ ਅੰਦਰ ਜਿਹੜਾ ਹੈ ਉਹਦਾ ਆਤਮਾ ਔਰ ਪਰਮਾਤਮਾ ਦਾ ਜਿਹੜਾ ਯੋਗ ਕਿਹਾ ਜਾਂਦਾ ਹੈ, ਉਹਦੀਆਂ ਸਿੱਧੀਆਂ ਕਿਹਾ ਜਾਂਦੀਆਂ ਹਨ। ਯਾਨੀ ਕਿ ਉਹਦਾ ਬਹੁਤ ਸਾਰਾ ਜੋ ਹੈ ਤੰਤਰ ਵਗੈਰਾ 'ਤੇ ਵੀ ਗੋਰਖਨਾਥ ਮਹਾਰਾਜ ਦਾ ਨਾਮ ਆਉਂਦਾ ਹੈ। ਐਸੇ ਬਹੁਤ ਸਾਰੇ ਵਿਸ਼ੇ ਹਨ, ਕਿਉਂਕਿ ਉਹ ਬੜੇ ਹੀ ਤਪਸਵੀ ਸੀਗੇ। ਅਤੇ ਗੋਰਖਨਾਥ ਮਹਾਰਾਜ ਜੀ ਜਿਹੜੇ ਹਨ ਉਹ ਰਾਜਾ ਜਲੰਧਰ ਦੇ ਜਦੋਂ ਸੰਪਰਕ ਦੇ ਵਿੱਚ ਆਉਂਦੇ ਹਨ, ਅਤੇ ਰਾਜਾ ਜਲੰਧਰ ਜਿਹੜੇ ਹਨ ਆਪਣਿਆਂ ਵੈਰਾਗੀਆਂ ਨੂੰ ਪ੍ਰਾਪਤ ਹੋ ਜਾਂਦੇ, ਕਿਉਂਕਿ ਰਾਜ ਪਾਠ ਤੋਂ ਹਾਰਨਾ ਜਾਂ ਕਿਸੇ ਦੇ ਛੜਯੰਤਰ ਦਾ ਸ਼ਿਕਾਰ ਹੋ ਜਾਣਾ, ਅਤੇ ਉਸ ਤੋਂ ਬਾਅਦ ਪਤਨੀ ਦਾ ਜਿਹੜਾ ਹੈ ਇਸ ਤਰੀਕੇ ਨਾਲ ਮਤਲਬ ਖਤਮ ਹੋ ਜਾਣਾ, ਅਤੇ ਉਹ ਸਾਰਾ ਵੈਰਾਗਿਆ ਜਿਹੜਾ ਹੈ ਸੰਸਾਰ ਤੋਂ ਉਪਰਾਮ ਕਰ ਦਿੰਦਾ ਇਨਸਾਨ ਨੂੰ। ਕਈਆਂ ਨੂੰ ਹੋਇਆ ਹੈ। ਸ਼੍ਰੀ ਰਾਮ ਚੰਦਰ ਨੂੰ ਤਾਂ 14 ਸਾਲ 'ਚ ਹੀ ਹੋ ਗਿਆ ਸੀਗਾ। ਕ੍ਰਿਸ਼ਨ ਮਹਾਰਾਜ ਨੂੰ ਵੀ ਜਿਹੜਾ ਹੈ ਉਹ ਜਦੋਂ ਗੇਂਦ ਲੈਣ ਜਾਂਦੇ ਆ ਤਾਂ ਐਸੇ ਕਈ ਹਨ ਜਦੋਂ ਮਤਲਬ ਵਿਰਾਗ ਹੋ ਜਾਂਦਾ ਹੈ। ਜਲੰਧਰ ਕਿੰਗ ਜਿਹੜਾ ਸੀਗਾ ਉਹਨੂੰ ਵੀ ਵਿਰਾਗ ਹੋਇਆ, ਅਤੇ ਉਹ ਸੰਸਾਰ ਤੋਂ ਫਿਰ ਉਹਨਾਂ ਵਾਸਤੇ ਇਹ ਸੰਸਾਰ ਕੁਛ ਨਹੀਂ ਰਿਹਾ। ਲੇਕਿਨ ਜੋ ਗੋਰਖਨਾਥ ਮਹਾਰਾਜ ਹਨ ਉਹ ਉਹਨਾਂ ਨੂੰ ਫਿਰ ਗਿਆਨ ਦਿੰਦੇ ਹਨ ਨਾਥ ਸੰਪਰਦਾਇ ਦੇ ਵਿੱਚ ਸ਼ਾਮਿਲ ਕਰਕੇ। ਉਹ ਉਹਨਾਂ ਨੂੰ ਨਾਮਦਾਨ ਦੇ ਕੇ ਉਹਨਾਂ ਦਾ ਨਾਮ ਜਿਹੜਾ ਹੈ ਪਹਿਲਾਂ ਰਾਜਾ ਜਲੰਧਰ ਹੈ, ਫਿਰ ਉਹ ਜਲੰਧਰ ਨਾਥ ਹੋ ਗਏ ਗੋਰਖਨਾਥ ਮਹਾਰਾਜ ਜੀ ਦੇ ਸੰਪਰਕ 'ਚ ਆ ਕੇ। ਅਤੇ ਗੋਰਖਨਾਥ ਮਹਾਰਾਜ ਹੀ ਜਿਸ ਤਰ੍ਹਾਂ ਭਰਤਰੀ ਨਾਥ ਹੈ ਨਾ, ਅਤੇ ਅੱਜ ਤੁਸੀਂ ਦੇਖਿਆ ਹੋਣਾ ਹੈ ਕਿ ਜੋ 84 ਸਿੱਧ ਹਨ ਉਹਦੇ 'ਚੋਂ ਦਿਓਟ ਸਿੱਧ ਬਾਬਾ ਬਾਲਕ ਨਾਥ ਹਨ, ਅਤੇ ਉਹਨਾਂ ਦੇ ਨਾਲ ਇੱਕ ਭਰਤਰੀ ਰਾਜਾ ਹਨ, ਉਹ ਵੀ ਰਾਜਾ ਸੀਗੇ। ਅਤੇ ਜਦੋਂ ਉਹ ਗੋਰਖਨਾਥ ਮਹਾਰਾਜ ਦੇ ਸੰਪਰਕ 'ਚ ਆਏ ਤਾਂ ਉਹ ਭਰਤਰੀ ਨਾਥ ਬਣ ਗਏ। ਇਸੇ ਤਰੀਕੇ ਨਾਲ ਰਾਜਾ ਜਲੰਧਰ ਵੀ ਜਦੋਂ ਵੈਰਾਗਿਆ ਹੋਇਆ
ਤੇ ਸੰਸਾਰ ਤੋਂ ਉਪਰਾਮ ਹੋਏ ਤੇ ਉਹਨਾਂ ਨੇ ਵੀ ਮਤਲਬ ਯੋਗ ਸਾਧਨਾ ਨੂੰ ਹੀ ਸਵੀਕਾਰ ਕੀਤਾ ਔਰ ਪਰਮਾਤਮਾ ਦੇ ਵਿੱਚ ਆਪਣੇ ਆਪ ਨੂੰ ਲਗਾਉਣ ਦੇ ਲਈ ਜਿਹੜਾ ਹੈ ਆਪਣੀ ਜਿੰਨੀ ਉਮਰ ਸੀਗੀ ਉਹਨਾਂ ਨੇ ਫਿਰ ਪਰਮਾਤਮ ਪ੍ਰਾਪਤੀ ਵੱਲ ਨੂੰ ਲਗਾਈ ਤੇ ਉਹਨਾਂ ਦਾ ਨਾਮ ਜਿਹੜਾ ਹੈ ਫਿਰ ਨਾਮਕਰਨ ਜਿਹੜਾ ਹੈ ਉਹ ਫਿਰ ਰੱਖਿਆ ਗਿਆ ਜਲੰਧਰ ਨਾਥ। ਫਿਰ ਉਹ ਨਾਥ ਸੰਪਰਦਾਇ ਚ ਆ ਗਏ ਸੀ। ਜਲੰਧਰ ਜੀ ਜੇਕਰ ਆਪਾਂ ਦੇਖਿਆ ਜਾਏ ਵੱਡੀ ਗੱਲ ਇਹ ਹੈਗੀ ਆ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਧਾਰਮਿਕ ਜਿਵੇਂ ਕਹਿ ਲਓ ਚੌਂਕ ਨੇ ਜਾਂ ਧਾਰਮਿਕ ਸਥਾਨ ਨੇ, ਪਰ ਜਲੰਧਰ ਨਾਥ ਜੀ ਦਾ ਹਜੇ ਤੱਕ ਕੋਈ ਵੀ ਅਜਿਹਾ ਕੋਈ ਕਹਿ ਲਓ ਕਿ ਪ੍ਰਤਿਮਾ ਦੇਖਣ ਨੂੰ ਨਹੀਂ ਮਿਲਦੀ। ਉਹਦੇ ਪਿਛਲਾ ਕੀ ਕਾਰਨ ਹੈਗਾ ਕਿ ਉਸ ਨੂੰ ਛੁਪਾਇਆ ਜਾ ਰਿਹਾ ਉਹਨਾਂ ਦੇ ਇਤਿਹਾਸ ਨੂੰ? ਇਹ ਬਿਲਕੁਲ ਦੇਖੋ ਇਹ ਜਿਹੜੀ ਗੱਲ ਹੈ ਮੈਂ ਤਾਂ ਬੜਾ ਹੀ ਇੱਕ ਹੁਣ ਜਿਸ ਤਰ੍ਹਾਂ ਚਲੋ ਅੱਜ ਵੀ ਅਸੀਂ ਦੇਖਦੇ ਹਾਂ, ਆਪਾਂ ਸਭ ਦੇਖ ਰਹੇ ਹੈਗੇ ਆ, ਸਾਡੀਆਂ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਹੈਗੀਆਂ ਵਾ। ਰਾਜੇ ਜਲੰਧਰ ਦੇ ਸ਼ਹਿਰ 'ਚ ਰਹਿ ਰਹੇ ਹੈਗੇ। ਰਾਜੇ ਜਲੰਧਰ ਦੀ ਜੋ ਵਿਵਸਥਾ ਹੈ ਪਹਿਲਾਂ ਸੀਗੀ ਉਹ ਤੇ ਸੁਸ਼ਾਸਨ ਜਿਹੜਾ ਹੈ ਉਹਨਾਂ ਦਾ ਰਾਜਕਾਲ ਜਿਹੜਾ ਹੈ ਤੇ ਉਹ ਜਿਸ ਤਰ੍ਹਾਂ ਵੀ ਚੱਲਦਾ ਸੀਗਾ। ਅੱਜ ਤੁਸੀਂ ਦੇਖ ਲਓ ਕਿ ਜਲੰਧਰ ਦੇ ਵਿੱਚ ਇੱਕ ਐਮਪੀ ਹੈ, 9 ਐਮਐਲਏ, 957 ਪਿੰਡਾਂ ਦੇ ਸਰਪੰਚ, 957 ਹੀ ਸਰਪੰਚ ਹੋ ਗਏ। ਗਾਂ ਉਹਨਾਂ ਦੇ ਜੇ ਪੰਚ ਲਗਾਈਏ ਤੇ 4 ਪੰਚ ਵੀ ਲਗਾਈਏ ਤੇ ਬਣ ਜਾਂਦੇ ਆ, ਕਾਫੀ ਬਣ ਜਾਂਦੇ ਆ ਉਹਨਾਂ ਦੇ 3600 ਬਣ ਜਾਂਦੇ ਹੈਗੇ ਆ। ਫਿਰ ਉਸ ਤੋਂ ਇਲਾਵਾ ਆਪਾਂ ਦੇਖੀਏ ਤਾਂ ਪ੍ਰਸ਼ਾਸਨ ਕੰਮ ਕਰ ਰਿਹਾ ਹੈ, ਲੇਕਿਨ ਫਿਰ ਵੀ ਜਲੰਧਰ ਦੀਆਂ ਸੜਕਾਂ ਟੁੱਟੀਆਂ ਪਈਆਂ, ਭੱਜੀਆਂ ਪਈਆਂ, ਸੀਵਰੇਜ ਸਿਸਟਮ ਵਿਗੜਿਆ ਪਿਆ ਹੈਗਾ ਵਾ ਹੈ। ਜਲੰਧਰ ਸ਼ਹਿਰ 'ਚ ਕੋਈ ਗੱਲ ਕਰੀਏ ਪਹਿਲਾਂ ਜਲੰਧਰ ਦੇ ਵਿੱਚ ਜੋ ਪਹਿਲਾਂ ਸੀਗਾ, ਪਹਿਲਾਂ ਦੇ ਤੇ ਹੁਣ 'ਚ ਕਿੰਨਾ ਕੁ ਫਰਕ ਹੈਗਾ? ਬਿਲਕੁਲ ਫਰਕ ਹੈ ਜੀ। ਰਾਜਾ ਜਲੰਧਰ ਦਾ ਜਲੰਧਰ ਜਿਹੜਾ ਹੈ ਉਹ ਸਵਰਗ ਸੀਗਾ ਤੇ ਹੁਣ ਤਾਂ ਮੈਨੂੰ ਕੋਈ ਸਵਰਗ ਨਹੀਂ ਦਿਖ ਰਿਹਾ ਹੈਗਾ ਇੱਥੇ। ਇਹ ਨਹੀਂ ਹੈ ਕਿ ਮੈਂ ਨਾਮ ਜਲੰਧਰ ਨਾਥ ਰੱਖਿਆ ਤੇ ਇਸ ਕਰਕੇ ਕਹਿ ਰਿਹਾ। ਤੁਸੀਂ ਆਪ ਦੇਖ ਸਕਦੇ ਹੋ 85 ਤਾਂ ਕਾਉਂਸਲਰ ਹੀ ਆ ਆਪਣੇ ਜਲੰਧਰ ਦੇ ਵਿੱਚ ਹੈ ਨਾ। ਤੇ ਇਹ ਜੇ ਸਾਰੀ ਦੁਨੀਆ ਮਿਲਾ ਲਈਏ ਆਪਾਂ ਸੁਧਾਰ ਕਰਨ ਵਾਲੀ ਤੇ ਪੋਲੀਟੀਕਲ ਪਾਰਟੀਆਂ ਨੂੰ ਵਿੱਚ ਮਿਲਾ ਲਈਏ ਤੇ ਇਹ 20-25 ਹਜ਼ਾਰ ਬੰਦੇ ਬਣ ਜਾਂਦੇ ਆ ਜਿਹੜੇ ਕਿ ਬਿਲਕੁਲ ਸਰਕਾਰ ਵੱਲੋਂ ਪੇਡ ਆ। ਸਰਕਾਰ ਉਹਨੂੰ ਤਨਖਾਹ ਦਿੰਦੀ ਹੈ ਕਿ ਤੂੰ ਜਲੰਧਰ ਨੂੰ ਸਾਫ਼ ਸੁਥਰਾ ਰੱਖਣਾ ਹੈ, ਲੇਕਿਨ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਕਿਹੜਾ ਐਸਾ ਹਿੱਸਾ ਹੈ ਜਿਹਨੂੰ ਅਸੀਂ ਸਾਫ਼ ਕਹਿ ਸਕਦੇ ਹਾਂ। ਦੂਸਰੀ ਗੱਲ ਇਹ ਹੈ ਕਿ ਚੌਂਕ ਸਮਾਰਕ ਜਾਂ ਰਾਸਤੇ ਬੜੇ ਭਗਵਾਨਾਂ ਦੇ ਨਾਂ 'ਤੇ, ਗੁਰੂਆਂ ਦੇ ਨਾਂ 'ਤੇ, ਪੀਰਾਂ ਫਕੀਰਾਂ ਦੇ ਨਾਂ 'ਤੇ, ਸੂਝਵਾਨ ਮਹਾਂਪੁਰਸ਼ਾਂ ਦੇ ਨਾਮ 'ਤੇ ਹੈਗੇ ਆ। ਲੇਕਿਨ ਬੜੀ ਸ਼ਰਮ ਵਾਲੀ ਗੱਲ ਆ ਕਿ ਜਲੰਧਰ ਨਾਥ ਦੇ ਅਸੀਂ ਸ਼ਹਿਰ 'ਚ ਰਹਿ ਕੇ ਅਸੀਂ ਉਹਨੂੰ ਬਾਹਰ ਕਰ ਦਿੱਤਾ ਤੇ ਬਾਕੀ ਸਾਰੇ ਨਾਮ ਰੱਖ ਦਿੱਤੇ। ਅੱਜ ਕਿਹੜਾ ਚੌਂਕ ਹੈ ਜਿੱਥੇ ਆਪਾਂ ਜਲੰਧਰ ਨਾਥ ਨੂੰ ਦੇਖ ਸਕਦੇ ਹਾਂ? ਕਿਹੜਾ ਐਂਟਰੀ ਗੇਟ ਹੈ ਜਿੱਥੇ ਜਲੰਧਰ ਨਾਥ ਨੂੰ ਦੇਖ ਸਕਦੇ ਹਾਂ? ਕਿਹੜਾ ਵਿਦਾਈ ਗੇਟ ਹੈ ਜਿੱਥੇ ਜਲੰਧਰ ਨਾਥ ਨੂੰ ਦੇਖ ਸਕਦੇ ਹਾਂ? ਇਹਦਾ ਮਤਲਬ ਹੈ ਕਿ ਅਸੀਂ ਹਜ਼ਾਰਾਂ ਸਾਲਾਂ ਤੋਂ ਇਹ ਖੇਡ ਜਿਹੜੇ ਆ ਉਹ ਖੇਡਦੇ ਆ ਰਹੇ ਹੈਗੇ ਆ ਕਿ ਅਗਰ ਕੋਈ ਦੈਤਯ ਹੈ, ਕੋਈ ਗੁਰੂ ਹੈ ਜਾਂ ਕੋਈ ਰਾਜਾ ਹੈ, ਕੋਈ ਅਸੁਰ ਰਾਜਾ ਹੈ, ਕੋਈ ਦੈਤਯ ਰਾਜਾ ਹੈ ਤੇ ਦਾਨਵ ਰਾਜਾ ਹੈ, ਯਾਨੀ ਕਿ ਇਹ ਚਲੋ ਨਾਮ ਹੋ ਸਕਦੇ ਆ, ਉਹ ਇਨਸਾਨ ਸੀਗੇ, ਪੜ੍ਹੇ ਲਿਖੇ ਲੋਕ ਸੀਗੇ, ਇੱਦਾਂ ਦੀ ਗੱਲ ਨਹੀਂ ਹੈ। ਕੋਈ ਇਹ ਨਹੀਂ ਹੈ ਕਿ ਕੋਈ ਰਾਖਸ਼ ਜਾਂ ਦਾਨਵ ਹੈ ਉਹਨਾਂ ਦੇ ਕੋਈ ਸਿੰਗ ਉੱਗੇ ਹੋਏ ਆ। ਉਹ ਬੜੇ ਹੀ ਸੂਝਵਾਨ ਵਿਅਕਤੀ ਸੀਗੇ, ਉਹ ਬੜੇ ਹੀ ਇੱਕ ਬੁੱਧੀਮਾਨ ਲੋਕ ਸੀਗੇ, ਉਹਨਾਂ ਦੇ ਤਰਕ ਜਿਹੜੇ ਆ ਉਹ ਬਹੁਤ ਉੱਚੇ ਸੀਗੇ। ਤੇ ਪਰ ਵੈਸੇ ਇਹਨਾਂ ਨੂੰ ਚਾਹੀਦਾ ਸੀਗਾ ਹਜ਼ਾਰਾਂ ਸਾਲਾਂ ਤੋਂ। ਬੜੀ ਸ਼ਰਮ ਵਾਲੀ ਗੱਲ ਕਿ ਅੱਜ ਆਪਾਂ ਗੱਲ ਕਰ ਰਹੇ ਹਾਂ ਤੁਹਾਡੇ ਥਰੂ ਕਿ ਜਲੰਧਰ ਦੇ ਵਿੱਚ ਇਹ ਕਿਉਂ ਨਹੀਂ ਹੈ, ਉਹਦਾ ਨਾਮ ਕਿਉਂ ਨਹੀਂ ਹੈ। ਤੇ ਜਿਹਦਾ ਸ਼ਹਿਰ ਹੈਗਾ ਵਾ, ਜਿਹਦੇ ਨਾਮ ਤੋਂ ਅਸੀਂ ਰਹਿ ਰਹੇ ਹੈਗੇ ਆ, ਜਿਹਦੇ ਸ਼ਹਿਰ 'ਚ ਰਹਿ ਰਹੇ, ਉਹਦਾ ਕਿੱਥੇ ਕੋਈ ਅਸੀਂ ਦੇਖ ਰਹੇ ਹੈਗੇ ਆ। ਪਰ ਜਲੰਧਰ ਨਾਲ ਜੇ ਦੇਖਿਆ ਜਾਵੇ ਤਾਂ ਜਲੰਧਰ ਦਾ ਜੇ ਨਾਮ ਉਹਨਾਂ ਦੇ ਨਾਮ ਤੋਂ ਹੈਗਾ, ਸਭ ਤੋਂ ਵੱਡਾ ਨਿਸ਼ਾਨੀ ਤਾਂ ਹੈ ਉਹਨਾਂ ਦੀ। ਬਿਲਕੁਲ ਤੁਹਾਡਾ ਦੇਖੋ ਸਵਾਲ ਬਿਲਕੁਲ ਜਾਇਜ਼ ਆ ਕਿ ਮੇਰਾ ਘਰ ਵਾ ਤੇ ਮੇਰੇ ਘਰ ਦੇ ਬਾਹਰ ਮੇਰੀ ਨੇਮ ਪਲੇਟ ਲਗਾ ਦਿਓ ਤੁਸੀਂ ਤੇ ਮੈਨੂੰ ਔਰ ਮੇਰੇ ਸਮਾਨ ਨੂੰ ਬਾਹਰ ਚੱਕ ਕੇ ਸਿੱਟ ਦਿਓ, ਤਾਂ ਕਿ ਇਹ ਹੈ ਕਿ ਵੀ ਤੁਸੀਂ ਮੈਨੂੰ ਇਹ ਕਹਿ ਸਕੋ ਕਿ ਤੇਰਾ ਨਾਮ ਤਾਂ ਅਸੀਂ ਲਿਖਿਆ ਪਿਆ ਨਾ ਤੇਰੇ ਘਰ ਦੇ ਬਾਹਰ, ਤੂੰ ਹੋਵੇ ਨਾ ਹੋਵੇ। ਮਤਲਬ ਕਿ ਨਾਮ ਰੱਖਿਆ ਤੁਹਾਡੇ ਕਹਿੰਦਾ ਮਤਲਬ ਕਿ ਜਿਹੜਾ ਨਾਮ ਰੱਖਣਾ ਮਤਲਬ ਨਹੀਂ, ਮਤਲਬ ਉਹਨਾਂ ਦਾ ਕੋਈ ਉਹਨਾਂ ਦੀ ਨਾਮ ਕਿਸੇ ਨੇ ਰੱਖਿਆ ਨਹੀਂ ਹੈ। ਨਾਮ ਕਿਸੇ ਨੇ ਨਹੀਂ ਰੱਖਿਆ। ਇਹ ਕੋਈ ਡੀਸੀ ਨੇ ਨਹੀਂ ਕਿਸੇ ਨੇ ਰੱਖਿਆ, ਨਾ ਕਿਸੇ ਪ੍ਰਸ਼ਾਸਨ ਦੇ ਬੰਦੇ ਨੇ ਰੱਖਿਆ। ਅੱਜ ਤੋਂ 200 ਸਾਲ 400 ਸਾਲ ਪਹਿਲਾਂ ਕਿਸੇ ਅੰਗਰੇਜ਼ ਨੇ ਨਹੀਂ ਰੱਖਿਆ, ਕਿਸੇ ਮੁਗਲ ਨੇ ਨਹੀਂ ਰੱਖਿਆ। ਇਹ ਨਾਮ ਰਾਜਾ ਜਲੰਧਰ ਦੇ ਨਾਮ ਤੋਂ ਹੀ ਇਹ ਸ਼ਹਿਰ ਪ੍ਰਸਿੱਧ ਹੈ ਕਿ ਇਹ ਵਰਦਾਨ ਵੀ ਹੈ। ਜਿੰਨੀ ਮਰਜ਼ੀ ਬਾੜ ਆ ਜਾਵੇ, ਪੂਰੀ ਦੁਨੀਆ ਡੁੱਬ ਜਾਏਗੀ। ਇਹ ਨਾ ਕਹੀਓ ਕਿ ਸ਼ਾਇਦ ਪਤਾ ਨਹੀਂ ਮੈਂ ਭਵਿੱਖਬਾਣੀ ਕਰ ਰਿਹਾ, ਲੇਕਿਨ ਐਸਾ ਕਥਨ ਹੈ ਯੋਗੀਆਂ ਦਾ, ਜਲੰਧਰ ਨਹੀਂ ਡੁੱਬੇਗਾ। ਅੱਛਾ ਜੀ। ਹਾਂਜੀ ਬਿਲਕੁਲ ਕਿਉਂਕਿ ਐਸਾ ਜਲ ਦੇਵਤਾ ਦਾ ਹੀ ਕੁਝ ਵਰਦਾਨ ਹੈ ਇਸ ਸ਼ਹਿਰ ਨੂੰ। ਜਿੰਨਾ ਮਰਜ਼ੀ ਪਾਣੀ ਆ ਜਾਵੇ, ਜਿੱਥੇ ਮਰਜ਼ੀ ਆ ਜਾਵੇ, ਤੁਸੀਂ ਜਿੱਥੇ ਮਰਜ਼ੀ ਛੱਡ ਦਿਓ, ਲੇਕਿਨ ਜਲੰਧਰ ਸ਼ਹਿਰ ਜਿਹੜਾ ਹੈ
ਉਹ ਜਿੱਥੇ ਹੈ ਉੱਥੇ ਹੀ ਵਸਦਾ ਰਹੇਗਾ, ਲੇਕਿਨ ਇਹਨੂੰ ਕਦੀ ਕੁਛ ਨਹੀਂ ਹੋਣ ਲੱਗਾ। ਮੈਂ ਤਾਂ ਜਲੰਧਰ ਵਾਸੀਆਂ ਨੂੰ, ਜਲੰਧਰ ਪ੍ਰਸ਼ਾਸਨ ਨੂੰ, ਜਲੰਧਰ 'ਚ ਰਹਿਣ ਵਾਲੇ ਮਹਾਂਪੁਰਸ਼ਾਂ ਨੂੰ, ਜਿੰਨੇ ਵੀ ਆ, ਸਾਨੂੰ ਵੀ ਰਾਹੇ ਪਾਓ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਜਾਣਕਾਰੀ ਦੇ ਰਹੇ ਹਾਂ, ਨਹੀਂ, ਹੋ ਸਕਦਾ ਮੇਰੇ ਤੋਂ ਜ਼ਿਆਦਾ ਬੁੱਧੀਮਾਨ ਲੋਕ ਹੋਣ, ਮੇਰੇ ਤੋਂ ਜ਼ਿਆਦਾ ਕੁਛ ਭਲੇ ਮਾਨੁਸ਼ ਲੋਕ ਹੋਣ ਜਿਨ੍ਹਾਂ ਨੂੰ ਇਹ ਸਾਰਾ ਇਤਿਹਾਸ ਪਤਾ ਹੋਵੇ, ਲੇਕਿਨ ਜੇ ਪਤਾ ਹੈ ਤਾਂ ਚੁੱਪ ਕਿਉਂ? ਐਂਡ ਤੇ ਵੀ ਮੈਂ ਇਹੀ ਕਹੂੰਗਾ, ਅੰਤ ਦੇ ਵਿੱਚ, ਕਿ ਇੰਟਰਵਿਊ ਖਤਮ ਹੋਣ ਤੋਂ ਪਹਿਲਾਂ, ਕਿ ਮੈਂ ਤਾਂ ਬੇਨਤੀ ਕਰੂੰਗਾ ਸਾਰਿਆਂ ਨੂੰ, ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਰਾਜਾ ਜੋ ਜਲੰਧਰ ਵਾ ਜਾਂ ਜਲੰਧਰ ਨਾਥ ਜੋ ਨਾਮ ਤੋਂ ਮਸ਼ਹੂਰ ਆ, ਤੇ ਜ਼ਰੂਰ ਉਹਨਾਂ ਦੇ ਨਾਮ ਦਾ ਕੋਈ ਨਾ ਕੋਈ ਜਿਹੜਾ ਹੈ ਜਲੰਧਰ ਦੇ ਵਿੱਚ ਇਹਨਾਂ ਨੂੰ ਬਣਾਉਣਾ ਚਾਹੀਦਾ ਹੈ, ਤੇ ਤਾਂ ਕਿ ਮਤਲਬ ਇਹ ਗਾਂ ਇਤਿਹਾਸ ਜਿਹੜਾ ਹੈ ਗਾਂ ਲੋਕਾਂ ਤੱਕ ਵੀ ਪਹੁੰਚੇ ਹੈਗਾ। ਦੋਸਤੋ ਤੁਸੀਂ ਦੇਖਿਆ ਜਲੰਧਰ ਨਾਥ ਜੀ ਨਾਲ ਗੱਲਬਾਤ ਕੀਤੀ ਹੈ, ਕਾਫੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਜਲੰਧਰ ਸ਼ਹਿਰ ਦੀ ਪਤਾ ਲੱਗੀ ਹੈ। ਸੋ ਆਈ ਹੋਪ ਤੁਹਾਨੂੰ ਵੀ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਵੀ ਜਲੰਧਰ ਸ਼ਹਿਰ ਬਾਰੇ ਨੌਲੇਜ ਹੈ ਜਾਂ ਜਾਣਕਾਰੀ ਹੈ, ਤੁਸੀਂ ਵੀ ਕਮੈਂਟਾਂ 'ਚ ਦੱਸ ਸਕਦੇ ਹੋ। ਔਰ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਫੋਲੋ ਕਰਨਾ ਨਾ ਭੁੱਲਣਾ। ਤੁਸੀਂ ਦੇਖ ਰਹੇ ਹੋ PVI ਲਾਈਵ ਨਿਊਜ਼। ਅੰਦਰ ਕੁਮਾਰ ਦੀ ਰਿਪੋਰਟ ਜਲੰਧਰ ਤੋਂ।